राज गिल ने लिखिया है। आपी ने हो आप साजियो, आपी ने हो रचियो नाओ। दोई कुदरत साजी है, कर आसन डिठो चाओ। सत श्री अकाल बाबा जी, उपर लिखी तुक दा भाव। अर्थ समझाउणा करो जी। ਹੁਣ ਸੁਣਨ ਵਾਲੇ ਥੋੜ੍ਹੀ ਜਿਹੀ ਇੱਧਰ ਤਵੱਜੋ ਦਿਓ ਕਿ ਥੋੜ੍ਹੇ ਕੁ ਹੀ ਦਿਨ ਹੋਏ ਹਨ ਮੈਂ ਇਹਨੂੰ ਕਿਹਾ ਸੀ ਤੂੰ ਵਿਚਾਰਧਾਰਾ ਤੋਂ ਮੁਕਤ ਹੋ। ਹੁਣ ਤੂੰ ਵਿਚਾਰ ਨਾ ਕਰ ਬਹੁਤੀ। ਹੁਣ ਤੂੰ ਅਗਰ ਵਾਸਤਵਿਕ ਦੇ ਵਿੱਚ ਸਮਝਿਆ ਹੈ ਨਾ ਤੇ ਉਹਦੇ 'ਤੇ ਅਮਲ ਕਰ। ਤੇ ਇਹ ਕਿੱਡੀ ਛੇਤੀ ਭੁੱਲ ਗਿਆ ਹੈ। ਇਹ ਇਕੱਲਾ ਹੀ ਨਹੀਂ ਭੁੱਲ ਰਿਹਾ ਹੈ, ਤੁਸੀਂ ਸਾਰੇ ਹੀ ਖਿਆਲ ਕਰੋ। ਤੁਸੀਂ ਰੋਜ਼ ਹੀ ਸੁਣਦੇ ਹੋ ਤੇ ਜਦੋਂ ਸੁਣਦੇ ਹੋ ਉਦੋਂ ਤੁਹਾਨੂੰ ਖਿਆਲ ਵਿੱਚ ਹੁੰਦਾ ਹੈ ਜੋ ਸੁਣਿਆ ਹੈ, ਫਿਰ ਕਿੱਡੀ ਛੇਤੀ ਭੁੱਲ ਜਾਂਦਾ ਹੈ। ਕਈਆਂ ਨੂੰ ਤਾਂ ਸੁਣਦੇ ਸੁਣਦੇ ਹੀ ਯਾਦ ਰਹਿੰਦਾ ਹੈ, ਇੱਕਦਮ ਭੁੱਲ ਜਾਂਦੇ। ਤੁਸੀਂ ਭੁੱਲਦੇ ਤਦੇ ਹੀ ਹੋ ਕਿ ਤੁਸੀਂ ਅਮਲ ਵਿੱਚ ਨਹੀਂ ਲਿਆਉਂਦੇ ਹੋ। ਜਦੋਂ ਤੁਸੀਂ ਅਮਲ ਵਿੱਚ ਲਿਆਉਣ ਲੱਗ ਪਏ ਨਾ ਫਿਰ ਤੁਸੀਂ ਭੁੱਲੋਗੇ ਨਹੀਂ। ਜਿਵੇਂ ਇਹਨੂੰ ਮੈਂ ਕਿਹਾ ਸੀ ਵਿਚਾਰ ਵਿੱਚ ਨਹੀਂ ਪੈਣਾ, ਇਹ ਇਸ ਗੱਲ ਨੂੰ ਅਮਲ ਵਿੱਚ ਲਿਆਉਣਾ ਸ਼ੁਰੂ ਕਰ ਦਿੰਦਾ ਵੀ ਅੱਜ ਤੋਂ ਗਾਂਹ ਮੈਂ ਕਿਸੇ ਸ਼ਬਦ ਨੂੰ ਦੇਖ ਕੇ ਜਾਂ ਸੁਣ ਕੇ ਜਾਂ ਪੜ੍ਹ ਕੇ ਜਾਂ ਹੋਰ ਕੁਛ ਵੀ ਦੇਖ ਕੇ ਬਾਹਰ ਵਿਚਾਰ ਨਹੀਂ ਕਰਨੀ। ਅਤੇ ਫਿਰ ਭੁੱਲ ਤਦੇ ਹੀ ਗਿਆ ਹੈ ਨਾ, ਅਮਲ ਨਹੀਂ ਕੀਤਾ ਹੈ। ਫਿਰ ਖਿਆਲ ਵਿੱਚ ਰੱਖਿਓ ਅਗਰ ਤੁਸੀਂ ਇੱਕ ਗੱਲ 'ਤੇ ਵੀ ਸਤਿਪੁਰਖਾਂ ਦੀ ਅਮਲ ਕਰ ਲਵੋ ਨਾ, ਜਿਵੇਂ ਮੈਂ ਇਹਨੂੰ ਕਿਹਾ ਸੀ, ਅਤੇ ਉਹਦੇ ਦੁਆਰਾ ਹੀ ਮੁਕਤੀ ਦਾ ਰਸਤਾ ਖੁੱਲ੍ਹ ਜਾਂਦਾ ਹੈ। ਇਸੇ ਕਾਰਨ ਹੀ ਸਤਿਪੁਰਖ ਉਹ ਆਦਤ ਛਡਾਉਂਦੇ ਹਨ ਜਿਹੜੀ ਆਦਤ ਮਨੁੱਖ ਦੀ ਸਾਰਿਆਂ ਤੋਂ ਗਹਿਰੀ ਹੈ ਵੀ ਉਹ ਛੁੱਟ ਗਈ ਅਤੇ ਬਾਕੀ ਆਦਤਾਂ ਆਪਣੇ ਆਪ ਹੀ ਛੁੱਟ ਜਾਣਗੀਆਂ, ਕਿਉਂਕਿ ਉਹਦੇ ਪਿੱਛੇ ਦੂਸਰੀਆਂ ਆਦਤਾਂ ਪੈਦਾ ਹੋ ਰਹੀਆਂ। ਪਰ ਇੱਕ ਆਦਤ ਵੀ ਛੱਡਣੀ ਕਿੰਨੀ ਕਠਿਨ ਹੈ। ਤੁਸੀਂ ਸੋਚਦੇ ਹੋ ਵੀ ਆਪਣੇ ਆਪ ਅਸੀਂ ਨਿਰਵਿਚਾਰ ਹੋ ਜਾਵਾਂਗੇ, ਤੁਹਾਡੇ ਕੋਲ ਇੱਕ ਆਦਤ ਨਹੀਂ ਛੁੱਟ ਰਹੀ ਹੈ। ਇੱਕ ਥੋਟ ਮਨ ਦੇ ਵਿੱਚ ਆ ਜਾਵੇ ਨਾ, ਉਹ ਹੀ ਨਹੀਂ ਨਿਕਲਦਾ ਹੈ। ਤੁਸੀਂ ਖਿਆਲ ਕੀਤਾ ਹੈ ਕਈ ਵਾਰ ਕੋਈ ਵਿਚਾਰ ਆ ਜਾਵੇ ਤੁਹਾਡੇ ਮਨ ਦੇ ਵਿੱਚ ਖਿਆਲ, ਅਤੇ ਉਹ ਹੀ ਆਈ ਜਾਂਦਾ ਵਾਰ-ਵਾਰ। ਤੁਸੀਂ ਲੱਖ ਹਟਾਓ ਉਹ ਹੀ ਨਹੀਂ ਹਟਦਾ। ਤੁਸੀਂ ਇੱਕ ਵਿਚਾਰ ਦੇ ਗੁਲਾਮ ਹੋ, ਇੱਕ ਖਿਆਲ ਦੇ ਗੁਲਾਮ ਹੋ। ਤੁਸੀਂ ਕੀ ਸਮਝ ਰਹੇ ਹੋ ਆਪਣੇ ਆਪ ਨੂੰ? ਤੁਸੀਂ ਇੱਕ ਵਿਚਾਰ ਤੋਂ ਵੀ ਮੁਕਤ ਨਹੀਂ ਹੋ ਪਾ ਰਹੇ ਹੋ ਅਤੇ ਨਿਰਵਿਚਾਰ ਕਿਵੇਂ ਹੋ ਜਾਵੋਗੇ? ਹੁਣ ਤੁਸੀਂ ਦੇਖੋ ਅਗਰ ਸਤਿਪੁਰਖ ਨਾ ਤੁਹਾਡੇ ਸਾਹਮਣੇ ਹੋਵੇ ਅਤੇ ਤੁਸੀਂ ਆਪਣੀ ਵਿਚਾਰਧਾਰਾ ਹੋਰ ਵਧਾਉਣ ਵਾਸਤੇ ਸੋਚ ਰਹੇ ਹੋ। ਆਹ ਦੇਖੋ ਇਹਨੇ ਥੱਲੇ ਲਿਖਿਆ ਹੋਇਆ ਹੈ, ਰਚਿਓ ਨਾਉ ਵਾਲੇ ਅੱਖਰ ਦੀ ਵਿਸਥਾਰ ਕਰਨ ਦੀ ਕਿਰਪਾਲਤਾ ਕਰਨੀ। ਇਹ ਤਾਂ ਵਿਸਥਾਰ ਦੇ ਵਿੱਚ ਪੈਣਾ ਚਾਹ ਰਿਹਾ ਹੈ। ਦੇਖੋ ਤੁਸੀਂ ਕੀ ਸੋਚਦੇ ਹੋ ਵੀ ਵਿਸਥਾਰ ਦੇ ਵਿੱਚ ਗੱਲ ਸਮਝ ਵਿੱਚ ਆ ਜਾਵੇਗੀ? ਬਹੁਤ ਵੱਡੀ ਮੂੜਤਾ ਹੈ। ਦਰਅਸਲ ਜਿਹੜਾ ਜਾਣਦਾ ਨਹੀਂ ਹੈ ਨਾ, ਜ਼ਿਆਦਾਤਰ ਪ੍ਰਚਾਰਕ ਤੁਸੀਂ ਦੇਖਿਆ ਹੋਵੇਗਾ ਉਹ ਵਿਸਥਾਰ ਕਰਦੇ ਹਨ, ਬਹੁਤ ਵਿਸਥਾਰ ਕਰਦੇ। ਉਹਨਾਂ ਨੂੰ ਖਿਆਲ ਹੁੰਦਾ ਹੈ ਵੀ ਦੂਸਰੇ ਨੂੰ ਗੱਲ ਸਮਝ ਵਿੱਚ ਆ ਜਾਵੇਗੀ, ਨਹੀਂ ਆਵੇਗੀ।
ਸਗੋਂ ਹੋਰ ਸਮਝ ਤੋਂ ਦੂਰ ਜਾਵੇਗਾ। ਵਿਸਥਾਰ ਕਰਨ ਵਾਲੇ ਨੂੰ ਨਹੀਂ ਸਮਝ ਵਿੱਚ ਆਈ ਹੈ ਤੇ ਵਿਸਥਾਰ ਦੁਆਰਾ ਥੋੜ੍ਹੀ ਸਮਝ ਵਿੱਚ ਆ ਜਾਵੇਗੀ। ਤੁਸੀਂ ਕੀ ਸਮਝਦੇ ਹੋ ਵੀ ਪਰਮਾਤਮਾ ਨੂੰ ਸਮਝਣ ਵਾਸਤੇ ਬਹੁਤ ਜ਼ਿਆਦਾ ਵਿਸਥਾਰ ਕੀਤਾ ਜਾਵੇ, ਜ਼ਿਆਦਾ ਗ੍ਰੰਥ ਪੜ੍ਹ ਲਵੋ ਤੇ ਤੁਸੀਂ ਸਮਝ ਲਵੋਗੇ। ਇੱਦਾਂ ਹੀ ਪੁਰਾਣੇ ਸਮਿਆਂ 'ਚ ਕਰ ਰਹੇ ਸਨ ਪੰਡਤ, ਇੱਦਾਂ ਹੀ ਹੁਣ ਕਰ ਰਹੇ ਹਨ ਨਵੇਂ ਢੰਗ ਦੇ ਪੰਡਤ, ਵਿਦਵਾਨ, ਪ੍ਰਚਾਰਕ। ਉਹ ਕਹਿੰਦੇ ਹਨ ਸਤਿਪੁਰਖਾਂ ਦੀ ਬਾਣੀ ਨੂੰ ਸਾਰੀ ਨੂੰ ਹੀ ਵਿਚਾਰ ਲਓ, ਸਮਝ ਲਓ ਅਤੇ ਤੁਸੀਂ ਪਰਮਾਤਮਾ ਨੂੰ ਸਮਝ ਲਵੋਗੇ। ਸਗੋਂ ਤੁਸੀਂ ਜ਼ਿਆਦਾ ਦੂਰ ਜਾਵੋਗੇ। ਇਹ ਗੱਲ ਖਿਆਲ ਵਿੱਚ ਰੱਖੋ। ਅਕਸਰ ਜ਼ਿਆਦਾ ਪੜ੍ਹੇ ਲਿਖੇ ਲੋਕ ਨਹੀਂ ਸਮਝਣਗੇ, ਸਦੀਆਂ ਬੀਤ ਜਾਂਦੀਆਂ ਹਨ ਸਮਝਣ ਵਾਸਤੇ। ਵੀ ਜਿੰਨੀ ਤੁਸੀਂ ਵਿਚਾਰਧਾਰਾ ਦੇ ਵਿੱਚ ਪਵੋਗੇ ਨਾ, ਓਨਾ ਹੀ ਪਰਮਾਤਮਾ ਤੋਂ ਦੂਰ ਜਾਵੋਗੇ। ਅਤੇ ਜਾ ਰਹੇ ਹਨ ਅਜੋਕੇ ਸਮੇਂ 'ਚ ਲੋਕ, ਜ਼ਿਆਦਾਤਰ ਵਿਚਾਰਧਾਰਾ ਦੇ ਵਿੱਚ ਪੈ ਰਹੇ ਹਨ ਧਾਰਮਿਕ ਲੋਕ। ਅਤੇ ਜਿੰਨਾ ਕੋਈ ਵਿਚਾਰਧਾਰਾ ਦੇ ਵਿੱਚ ਪਵੇਗਾ ਅਤੇ ਉਹਨਾਂ ਦੂਰ ਜਾਵੇਗਾ ਨਾ, ਕਿਉਂਕਿ ਵਿਚਾਰਾਂ ਤੋਂ ਮੁਕਤ ਹੋਣਾ ਔਖਾ ਹੋ ਜਾਵੇਗਾ। ਹੁਣ ਇੱਕ ਸਧਾਰਨ ਆਦਮੀ ਹੈ, ਕੋਈ ਦਿਹਾਤ ਦੇ ਵਿੱਚ ਰਹਿੰਦਾ ਹੋਇਆ, ਬਹੁਤੀਆਂ ਕਾਂਸ਼ਾਵਾਂ ਨਹੀਂ ਹਨ ਤਾਂ ਬਹੁਤੀਆਂ ਵਿਚਾਰਧਾਰਾ ਦੇ ਵਿੱਚ ਨਹੀਂ ਪਿਆ ਹੋਇਆ, ਉਹਨੂੰ ਛੇਤੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਅਗਰ ਉਹਦੇ ਅੰਦਰ ਪਿਆਸ ਹੋਵੇ ਤਾਂ, ਕਿਉਂਕਿ ਛੇਤੀ ਮੁਕਤ ਹੋਵੇਗਾ ਨਾ ਵਿਚਾਰਧਾਰਾ। ਅਤੇ ਜਿਹੜਾ ਵਿਚਾਰਧਾਰਾ ਦੇ ਵਿੱਚ ਪਿਆ ਹੋਇਆ ਹੈ ਉਹਨੂੰ ਮੁਕਤ ਕਰਨਾ ਤਾਂ ਬਹੁਤ ਜ਼ਿਆਦਾ ਕਠਿਨ ਹੈ। ਹੁਣ ਕੁਛ ਕੁ ਤਾਂ ਸੰਸਾਰਿਕ ਵਿਚਾਰਧਾਰਾ 'ਚ ਪਏ ਹਨ ਤਾਂ ਉਹਨਾਂ ਕੋਲ ਤਾਂ ਉੱਥੋਂ ਮੁਕਤ ਨਹੀਂ ਹੋਇਆ ਜਾ ਰਿਹਾ। ਕੁਛ ਕੁ ਧਾਰਮਿਕ ਵਿਚਾਰਾਂ 'ਚ ਪੈ ਜਾਂਦੇ ਹਨ, ਸੰਸਾਰਿਕ ਵਿਚਾਰਧਾਰਾ 'ਤੇ ਛੱਡ ਦਿੰਦੇ ਹਨ, ਪਰ ਧਾਰਮਿਕ ਵਿਚਾਰਧਾਰਾ 'ਚ ਪੈ ਗਏ ਅਤੇ ਉਹ ਫਿਰ ਧਾਰਮਿਕ ਵਿਚਾਰਧਾਰਾ ਛੱਡਣੀ ਹੋਰ ਵੀ ਜ਼ਿਆਦਾ ਔਖੀ ਹੈ, ਉਹਦੇ ਨਾਲ ਮੋਹ ਹੋ ਜਾਂਦਾ ਹੈ। ਅਤੇ ਬਹੁਤ ਧਾਰਮਿਕ ਲੋਕ ਵਿਚਾਰਧਾਰਾ 'ਚ ਪਏ ਹੋਏ ਹਨ। ਕੁਛ ਤਾਂ ਪੜ੍ਹ ਪੜ੍ਹ ਕੇ ਗੱਡੀਆਂ ਲੱਦ ਰਹੇ ਹਨ, ਕੁਛ ਵਿਚਾਰ ਵਿਚਾਰ ਕੇ ਖੋਪੜੀ ਭਰ ਰਹੇ ਹਨ। ਤੋਂ ਭਰ ਰਹੀ ਹੈ ਉਹਨਾਂ ਦੇ ਸ਼ਬਦਾਂ ਦੇ ਨਾਲ ਖੋਪਰੀ, ਤੋਂ ਦੂਸਰਿਆਂ ਨੂੰ ਵੀ ਭਰ ਰਹੇ ਹਨ ਸ਼ਬਦਾਂ ਦੁਆਰਾ। ਤੁਸੀਂ ਦੇਖਿਆ ਨਹੀਂ ਹੈ, ਜਣਾ ਖਣਾ ਹੀ ਤੁਹਾਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦੇਵੇਗਾ ਧਾਰਮਿਕ ਬੰਦਾ। ਹਰ ਇੱਕ ਗਿਆਨੀ ਬਣਿਆ ਬੈਠਾ ਹੈ, ਪੜ੍ਹ ਪੜ੍ਹ ਕੇ ਸੁਣ ਸੁਣ ਕੇ ਬੜੀ ਨੌਲੇਜ ਹੈ ਲੋਕਾਂ ਨੂੰ, ਬੜਾ ਗਿਆਨ ਹੋ ਗਿਆ ਹੈ, ਬੜੀਆਂ ਗੱਲਾਂ ਕਰ ਕਰਕੇ ਸਮਝਾਉਣਗੇ। ਉਹਨਾਂ ਦੀ ਆਪਣੀ ਖੋਪੜੀ 'ਤੇ ਭਰੀ ਹੋਈ ਹੈ, ਉਹ ਦੂਸਰਿਆਂ ਦੀ ਵੀ ਭਰ ਰਹੇ ਹਨ। ਇਸੇ ਕਾਰਨ ਹੀ ਮੈਂ ਕਹਿੰਦਾ ਹਾਂ ਵੀ ਬਾਹਰੀ ਧਰਮ ਜਿਹੜਾ ਹੈ ਨਾ, ਉਹ ਲੋਕਾਂ ਨੂੰ ਉਲਟੇ ਪਾਸੇ ਲੈ ਕੇ ਜਾ ਰਿਹਾ ਹੈ, ਨਰਕਾਂ ਵੱਲ ਲੈ ਕੇ ਜਾ ਰਿਹਾ ਹੈ, ਉਲਝਾ ਰਿਹਾ ਹੈ। ਅਧਿਆਤਮ ਦਾ ਮਾਰਗ ਬਿਲਕੁਲ ਉਲਟਾ ਹੈ। ਇੱਧਰ ਨੂੰ ਆਉਣ ਵਾਸਤੇ ਨਿਰਵਿਚਾਰ ਹੋਣਾ ਹੈ। ਇਸੇ ਕਾਰਨ ਹੀ ਮੈਂ ਰਿਕਾਰਡਿੰਗ ਬਹੁਤ ਛੋਟੀ ਕਰਦਾ ਹਾਂ ਵੀ ਤੁਸੀਂ ਵਿਸਥਾਰ ਦੇ ਵਿੱਚ ਬਹੁਤਾ ਨਾ ਪਾਓ, ਥੋੜ੍ਹੇ 'ਚ ਹੀ ਜ਼ਿਆਦਾ ਸਮਝੋ। ਤੁਹਾਡੇ ਸੰਦੇਹ, ਤੁਹਾਡੇ ਸ਼ੱਕ, ਤੁਹਾਡੀ ਦੁਬਿਧਾ ਦੂਰ ਹੋਵੇ। ਧਾਰਮਿਕ ਦੁਬਿਧਾ ਜਿਹੜੀ ਧਾਰਮਿਕ ਲੋਕਾਂ ਨੇ ਪਾਈ ਹੈ, ਉੱਧਰ ਨੂੰ ਜਾਣਾ, ਉਹਨਾਂ ਦੀਆਂ ਗੱਲਾਂ ਤੁਹਾਡੇ ਦਿਮਾਗ 'ਚੋਂ ਨਿਕਲਣ ਅਤੇ ਤੁਸੀਂ ਸਹੀ ਸਹੀ ਪ੍ਰਭੂ ਵੱਲ ਨੂੰ ਜਾਂ ਸੱਤ ਵੱਲ ਨੂੰ ਚੱਲ ਸਕੋ। ਸੱਤ ਵੱਲ ਨੂੰ ਆਉਣ ਵਾਸਤੇ ਨਾਮ ਰੂਪ ਤੋਂ ਮੁਕਤ ਹੋਣਾ ਹੈ। ਹੁਣ ਤੁਸੀਂ ਇਹਨਾਂ ਪੰਕਤੀਆਂ ਦੁਆਰਾ ਹੀ ਸਮਝੋ। ਆਪੇ ਨੇਹੋ ਆਪ ਸਾਜਿਓ, ਭਾਵ ਕਿ ਆਪਣੇ ਆਪ ਤੋਂ ਹੀ ਆਪਣੇ ਆਪ ਨੂੰ ਬਾਹਰ ਸਾਜ ਲਿਆ ਹੈ ਦ੍ਰਿਸ਼ਟਮਾਨ। ਆਪੇ ਨੇਹੋ ਰਚਿਓ ਨਾਉ, ਆਪਣੇ ਆਪ ਤੋਂ ਹੀ ਇਹ ਤਰ੍ਹਾਂ ਤਰ੍ਹਾਂ ਦੀ ਰਚਨਾ, ਨਾਮ, ਰੂਪ, ਰੰਗ, ਭਿੰਨ ਭਿੰਨ ਜਾਤ, ਨਸਲ, ਭਾਵ ਕਿ ਅਨੰਤ ਤਰ੍ਹਾਂ ਦੀ ਰਚਨਾ ਰਚ ਦਿੱਤੀ ਹੈ।
ਇੱਕ ਤੇ ਦਿਖ ਰਹੀ ਹੈ, ਦੂਸਰੀ ਉਹਨਾਂ ਦੀ ਨਸਲ ਹੈ, ਉਹਨੂੰ ਨਾਮ ਕਿਹਾ ਗਿਆ ਹੈ। ਜਿਵੇਂ ਲਹਿਦਾ ਨਸਲਾਂ ਦੇ ਤੁਸੀਂ ਨਾਮ ਲੈਂਦੇ, ਪਸ਼ੂਆਂ ਦੇ, ਵਨਸਪਤੀ ਦੇ, ਪੰਛੀਆਂ ਦੇ। ਇਹ ਨਾਮ ਰੂਪ ਦੀ ਇਹ ਰਚਨਾ ਰਚ ਦਿੱਤੀ। ਇੱਕ ਗੱਲ ਖਿਆਲ ਰੱਖਿਓ ਕਿ ਇਹ ਨਾਮ ਸ਼ਬਦ ਜਿਹੜਾ ਹੈ ਨਾ, ਅੱਖਰ, ਇਹ ਬਹੁਤ ਜਗ੍ਹਾ 'ਤੇ ਵਰਤਿਆ ਗਿਆ ਹੈ ਅਤੇ ਇਹਦੇ ਬਹੁ ਪੱਖੀ ਅਰਥ ਹਨ। ਕਿਤੇ ਨਾਮ ਪਰਮਾਤਮਾ ਵਾਸਤੇ ਵਰਤਿਆ ਗਿਆ ਹੈ, ਕਿਤੇ ਹੁਕਮ ਵਾਸਤੇ ਵਰਤਿਆ ਗਿਆ ਹੈ, ਕਿਤੇ ਉਹਦੀ ਸ੍ਰਿਸ਼ਟੀ ਵਾਸਤੇ ਵਰਤਿਆ ਗਿਆ ਹੈ, ਕਿਤੇ ਉਹਨੂੰ ਯਾਦ ਕਰਨ ਵਾਸਤੇ ਵਰਤਿਆ ਗਿਆ ਹੈ। ਭਾਵ ਕਿ ਸੰਸਾਰ ਦੀਆਂ ਜਿਨਸਾਂ ਦੇ ਨਾਮ ਭੁੱਲਣ ਵਾਸਤੇ ਤੁਸੀਂ ਇੱਕ ਨਾਮ ਦਾ ਸਹਾਰਾ ਲਓਗੇ ਤਾਂ ਉਸ ਸਹਾਰੇ ਨੂੰ ਵੀ ਪਰਮਾਤਮਾ ਦਾ ਨਾਮ ਕਿਹਾ ਗਿਆ ਹੈ। ਕਿਉਂਕਿ ਬਾਹਰੋਂ ਛੁੱਟਣ ਵਾਸਤੇ ਸਹਾਰਾ ਲਿਆ ਨਾ, ਨਾਮ, ਅੱਖਰ ਲੈ ਲਿਆ, ਬਾਹਰਲੇ ਅੱਖਰ, ਬਾਹਰਲੇ ਸ਼ਬਦ, ਬਾਹਰਲੀ ਵਿਚਾਰਧਾਰਾ ਤੋਂ ਮੁਕਤ ਹੋਣ ਵਾਸਤੇ ਇੱਕ ਨਾਮ, ਇੱਕ ਸਹਾਰਾ। ਅਤੇ ਨਾਮ ਇੱਕ ਸਹਾਰਾ ਹੈ ਅਤੇ ਸਹਾਰੇ ਦੀ ਤਰ੍ਹਾਂ ਵੀ ਵਰਤਿਆ ਗਿਆ ਹੈ। ਜਿਵੇਂ ਕੋਈ ਸਵਾਸਾਂ ਦਾ ਧਿਆਨ ਕਰਦਾ ਹੈ ਬਾਹਰੋਂ ਧਿਆਨ ਹਟਾਉਣ ਵਾਸਤੇ, ਉਹਦਾ ਨਾਮ ਉਹ ਹੋ ਗਿਆ। ਕੋਈ ਹੋਰ ਕੋਈ ਧਿਆਨ ਕਰਦਾ ਹੈ ਅਤੇ ਕੋਈ ਸਹਾਰਾ ਲੈਂਦਾ ਹੈ, ਤੋ ਸਹਾਰਾ ਹੀ ਉਹਦਾ ਨਾਮ ਹੋ ਗਿਆ। ਜਿਵੇਂ ਪੁਰਾਣੇ ਸਮੇਂ 'ਚ ਸਤਿਗੁਰਾਂ ਦੀ ਸੇਵਾ ਕਰਦੇ ਸਨ ਸਿੱਖ, ਤੋ ਉਹਨਾਂ ਵਾਸਤੇ ਸੇਵਾ ਹੀ ਨਾਮ ਹੋ ਗਿਆ। ਕਿਉਂਕਿ ਸੇਵਾ ਨਿਕਲਣ ਵਾਸਤੇ ਕਰ ਰਹੇ ਹਨ ਸੰਸਾਰ 'ਚੋਂ, ਅਸਤ 'ਚੋਂ ਨਿਕਲਣ ਵਾਸਤੇ ਜਿਹੜਾ ਤਰੀਕਾ, ਜਿਹੜਾ ਢੰਗ, ਜਿਹੜੀ ਜੁਗਤੀ ਤੁਸੀਂ ਵਰਤਦੇ ਹੋ, ਜਿਹੜਾ ਸਹਾਰਾ ਵਰਤ ਰਹੇ ਹੋ, ਉਹ ਸਹਾਰਾ ਹੀ ਨਾਮ ਹੈ। ਇਹ ਗੱਲ ਖਿਆਲ ਵਿੱਚ ਰੱਖੋ। ਨਾਮ ਸਿਰਫ ਇੱਕ ਹੀ ਨਹੀਂ ਹੈ ਜਿਹਨੂੰ ਆਮ ਸਧਾਰਨ ਲੋਕ ਸਮਝਦੇ ਹਨ, 2 ਅੱਖਰਾਂ ਦਾ ਜਾਂ 4 ਅੱਖਰਾਂ ਦਾ। ਨਾਮ ਦੁਆਰਾ ਪਰਮਾਤਮਾ ਵੱਲੋਂ ਵੀ ਇਸ਼ਾਰਾ ਕੀਤਾ ਹੈ ਸਤਿਪੁਰਖਾਂ ਨੇ। ਅਤੇ ਨਾਮ ਦੇ ਬਹੁ ਪੱਖੀ ਅਰਥ ਹਨ ਅਤੇ ਨਾਮ ਸਹਾਰਾ ਹੈ। ਗੁਰੂ ਇੱਕ ਸਹਾਰਾ ਦਿੰਦਾ ਹੈ, ਨਾਮ ਦਿੰਦਾ ਹੈ ਵੀ ਇਸ ਸਹਾਰੇ ਤੁਸੀਂ ਸੰਸਾਰ ਵਿੱਚੋਂ ਨਿਕਲ ਸਕਦੇ ਹੋ। ਇਸ ਕਰਕੇ ਹਰ ਇੱਕ ਨੂੰ ਨਾਮ ਭਿੰਨ ਭਿੰਨ ਦਿੰਦੇ ਰਹੇ ਹਨ ਸਤਿਪੁਰਖ। ਕਹਿੰਦੇ ਹਨ ਵੀ ਗੁਰੂ ਅਰਜਨ ਦੇਵ ਜੀ ਕੋਲ ਬਹੁਤ ਸਾਰੇ ਗੁਰਸਿੱਖ ਆਉਂਦੇ ਸਨ। ਉਹਨਾਂ ਗੁਰਸਿੱਖਾਂ ਦਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਉਲੇਖ ਵੀ ਹੈ। ਉਹਨਾਂ ਨੂੰ ਵੱਖ ਵੱਖ ਢੰਗ ਦੇ ਨਾਲ ਉਪਦੇਸ਼ ਦਿੰਦੇ ਸਨ। ਕਿਸੇ ਨੂੰ ਕਹਿੰਦੇ ਸਨ ਤੂੰ ਘਰ ਚਲੇ ਜਾ ਅਤੇ ਆਪਣੇ ਖੇਤਾਂ ਦੇ ਵਿੱਚ ਛੰਨ ਬਣਾ ਕੇ ਉੱਥੇ ਸਾਧਨਾ ਕਰ। ਅਤੇ ਕਿਸੇ ਨੂੰ ਕਹਿੰਦੇ ਹਨ ਆਏ ਗਏ ਦੀ ਸੇਵਾ ਕਰਿਆ ਕਰ, ਘਰ ਚਲੇ ਜਾ। ਕਿਸੇ ਨੂੰ ਆਪਣੇ ਕੋਲ ਰੱਖ ਲੈਂਦੇ ਸਨ ਕਿਉਂਕਿ ਉਹ ਦੇਖਦੇ ਸਨ ਵੀ ਇਹ ਕਿਹੜੇ ਢੰਗ ਨਾਲ ਮੁਕਤ ਹੋ ਸਕਦਾ, ਇਹਨੂੰ ਸਾਡੇ ਸਹਾਰੇ ਦੀ ਜ਼ਿਆਦਾ ਲੋੜ ਹੈ, ਇਹ ਸੰਸਾਰ ਦੇ ਵਿੱਚ ਨਹੀਂ ਮੁਕਤ ਹੋ ਸਕਦਾ ਵਿਚਾਰਧਾਰਾ ਤੋਂ। ਤਾਂ ਉਹਨੂੰ ਆਪਣੇ ਕੋਲ ਰੱਖ ਦੇ ਦਿੰਦੇ ਸਨ ਵੀ ਤੂੰ ਇੱਥੇ ਸੇਵਾ ਕਰ। ਉਹਨੂੰ ਨਾਮ ਦੇ ਦਿੰਦੇ ਸਨ। ਭਾਵ ਕਿ ਇੱਕ ਜੁਗਤੀ ਦੱਸਤੀ, ਤੂੰ ਆਹ ਕੰਮ ਕਰੀ ਜਾ, ਬਸ ਤੂੰ ਇੱਥੇ ਹੀ ਮੁਕਤ ਹੋ ਜਾਵੇਂ। ਉਹਦੇ ਵਾਸਤੇ ਉਹੋ ਹੀ ਨਾਮ ਹੋ ਗਏ। ਅਤੇ ਨਾਮ ਇੱਕ ਸਹਾਰਾ ਹੈ ਅਸਤ ਵਿੱਚੋਂ ਨਿਕਲਣ ਵਾਸਤੇ, ਜੋ ਸਤਿਪੁਰਖ ਦਿੰਦੇ ਹਨ। ਤੋ ਦੇਖ ਕੇ ਦਿੰਦੇ ਹਨ ਅਤੇ ਹਰ ਇੱਕ ਨੂੰ ਸਹਾਰਾ ਵੱਖ ਹੁੰਦਾ ਹੈ। ਇਸ ਕਰਕੇ ਉਹਦੀ ਵਿਧੀ, ਜਿਵੇਂ ਮੈਂ ਕਿਹਾ ਸੀ ਪਿੱਛੇ, ਵੱਖ ਹੋਵੇਗੀ, ਜਾਂ ਕਹਿ ਲਓ ਉਹਨੂੰ ਨਾਮ ਵੱਖ ਦਿੱਤਾ ਜਾਵੇਗਾ। ਕਿਸੇ ਦੀ ਰੀਸ ਕਰਕੇ ਤੁਸੀਂ ਸੰਸਾਰ 'ਚੋਂ ਨਹੀਂ ਨਿਕਲ ਸਕਦੇ ਹੋ। ਇਹ ਗੱਲ ਖਿਆਲ ਵਿੱਚ ਰੱਖਿਓ। ਤੁਸੀਂ ਆਪਣੇ ਵਰਗੇ, ਤੁਸੀਂ ਇੱਕੋ ਹੀ ਮਨੁੱਖ ਹੋ, ਨਾ ਕੋਈ ਹੋਇਆ ਹੈ ਨਾ ਕਿਸੇ ਹੋਣਾ ਹੈ। ਹਰ ਇੱਕ ਮਨੁੱਖ ਅਨੂਠਾ ਹੈ, ਅਲੱਗਾ ਹੈ। ਬਲਕਿ ਸਾਰੀ ਦੁਨੀਆ ਦੇ ਵਿੱਚ ਤੁਸੀਂ ਦੇਖ ਲਓ, ਇੱਕ ਅੰਗੂਠੇ ਦਾ ਨਿਸ਼ਾਨ ਹੀ ਨਹੀਂ ਮਿਲਦਾ ਹੈ ਕਿਸੇ ਦਾ, ਅਤੇ ਹੋਰ ਤਾਂ ਕੀ ਮਿਲਣਾ ਹੈ ਤੁਹਾਡਾ? ਕੁਛ ਵੀ ਨਹੀਂ ਮਿਲਦਾ। ਤੁਸੀਂ ਭਿੰਨ ਹੋ ਹਰ ਇੱਕ ਤੋਂ, ਅਤੇ ਨਾ ਕੋਈ ਤੁਹਾਡੇ ਵਰਗਾ ਹੋਇਆ ਹੈ ਨਾ ਹੋਣਾ। ਤੁਸੀਂ ਆਪਣੇ ਵਰਗੇ ਹੀ ਖੁਦ ਹੋਣਾ ਹੈ, ਆਪਣੇ ਵਿੱਚ ਹੀ ਡੁੱਬਣਾ ਹੈ ਨਾ, ਮਿਟਣਾ ਹੈ। ਅਤੇ ਤੁਹਾਨੂੰ ਮਿਟਾਉਣ ਵਾਸਤੇ ਤੁਹਾਡਾ ਹੀ ਤਰੀਕਾ ਦੱਸਿਆ ਜਾਂਦਾ ਹੈ, ਤੁਹਾਨੂੰ ਹੀ ਨਾਮ ਦਿੱਤਾ ਜਾਂਦਾ ਹੈ।
ਇਸੇ ਕਾਰਨ ਹੀ ਸਤਿਪੁਰਖਾਂ ਤੋਂ ਪੁਰਾਣੇ ਸਮੇਂ 'ਚ ਲੋਕ ਨਾਮ ਲੈਣ ਜਾਂਦੇ ਸਨ। ਤੋ ਨਾਮ ਇੱਕਦਮ ਨਹੀਂ ਸੀ ਦੇ ਦਿੰਦੇ, ਉਹ ਆਪਣੇ ਕੋਲ ਰੱਖਦੇ ਸਨ, ਦੇਖਦੇ ਸਨ, ਪਰਖਦੇ ਸਨ, ਜਾਂਚਦੇ ਸਨ ਕਿਹੜੀ ਬਿਮਾਰੀ ਹੈ, ਅਤੇ ਵੈਸੇ ਹੀ ਉਸ ਦੀ ਵੈਸਾ ਹੀ ਨਾਮ ਦਿੰਦੇ ਸਨ। ਅਤੇ ਨਾਮ ਹੈ ਬਾਹਰਲੇ ਨਾਮਾਂ ਤੋਂ ਛੁਟਕਾਰਾ ਪਾਉਣ ਵਾਸਤੇ, ਵਿਚਾਰਧਾਰਾ ਤੋਂ ਮੁਕਤ ਹੋਣ ਵਾਸਤੇ। ਦੋਈ ਕੁਦਰਤ ਸਾਜ ਕੇ ਸਾਜੀਐ, ਕਰ ਆਸਣ ਡਿਠੋ ਚਾਓ। ਭਾਵ ਕਿ ਇਹ ਦੂਸਰੀ ਜਿਹੜੀ ਕੁਦਰਤ ਹੈ ਨਾ, ਕੁਦਰਤ ਦੀ ਸੇ ਕੁਦਰਤ ਸੁਣੀਏ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ, ਇਹ ਉਹਨੇ ਦੂਸਰੀ ਚੀਜ਼ ਆਪਣੇ ਵਿੱਚੋਂ ਹੀ ਪੈਦਾ ਕਰ ਲਈ ਅਤੇ ਇਹਦੇ ਵਿੱਚ ਬੈਠ ਕੇ ਹੀ ਇਹਨੂੰ ਚਲਾਉਣ ਲੱਗ ਪਿਆ। ਫਿਰ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀ ਪਾਕ। ਇਹ ਸਭ ਤੇਰੀ ਕੁਦਰਤ ਹੈ, ਬਾਹਰ ਤੂੰ ਇਹਦਾ ਕਰਤਾ ਹੈ, ਪਰ ਤੂੰ ਪਵਿੱਤਰ ਤੋਂ ਪਵਿੱਤਰ ਹੈ। ਇਹਦੇ ਵਿੱਚ ਬੈਠ ਕੇ ਤੂੰ ਦੇਖ ਦੇਖ ਕੇ ਇਹਨੂੰ ਚਲਾ ਰਿਹਾ ਹੈ, ਫਿਰ ਵੀ ਇਹ ਨਾਸ਼ਵਾਨ ਹੈ, ਕਿਉਂਕਿ ਇਹ ਚੱਲ ਰਹੀ ਹੈ, ਮਿਟ ਰਹੀ ਹੈ। ਅਤੇ ਜਿਹੜੀ ਮਿਟ ਰਹੀ ਹੈ ਉਹਦਾ ਵਿਚਾਰ ਕਰਕੇ, ਉਹਦੇ ਨਾਲ ਜੁੜ ਕੇ, ਅਤੇ ਜਿਹੜਾ ਅੰਦਰ ਬੈਠਾ ਹੈ ਕਰ ਆਸਣ ਡਿਠੋ ਚਾਓ, ਉਹਨੂੰ ਥੋੜ੍ਹੀ ਜਾਣ ਸਕੋਗੇ। ਬਾਹਰੋਂ ਵਿਚਾਰ ਕੇ ਤੁਸੀਂ ਉਹ ਜਿਹੜਾ ਅੰਦਰ ਬੈਠਾ ਹੈ ਚਲਾਉਣ ਵਾਲਾ, ਉਹਨੂੰ ਥੋੜ੍ਹੀ ਜਾਣੋਗੇ। ਤੁਹਾਡੀ ਸਮਝ ਵੀ ਬਾਹਰ ਤੋਂ ਪੈਦਾ ਹੋਈ, ਦਿਮਾਗ ਵੀ ਬਾਹਰ ਤੋਂ ਪੈਦਾ ਹੋਇਆ ਹੈ, ਅਤੇ ਬਾਹਰ ਦੀ ਵਿਚਾਰਧਾਰਾ ਦੁਆਰਾ ਤੁਸੀਂ ਅੰਦਰ ਵਾਲੇ ਨੂੰ ਥੋੜ੍ਹੀ ਜਾਣੋਗੇ। ਅਤੇ ਬਾਹਰਲੀ ਵਿਚਾਰਧਾਰਾ ਤੋਂ ਪਹਿਲਾਂ ਮੁਕਤ ਹੋਵੋ। ਅੰਦਰ ਜਾ ਕੇ ਤੁਹਾਨੂੰ ਸਾਰੇ ਹੀ ਸਤਿਪੁਰਖਾਂ ਦੇ ਉਪਦੇਸ਼ ਪਤਾ ਲੱਗ ਜਾਣੇ ਹਨ, ਬਾਹਰ ਵਿਸਥਾਰ ਕਰਕੇ ਨਹੀਂ ਪਤਾ ਲੱਗਣੇ ਹਨ। ਇਹ ਗੱਲ ਖਿਆਲ ਵਿੱਚ ਰੱਖੋ। ਅਤੇ ਵਿਚਾਰ ਵੱਲ ਨਾ ਜਾਓ, ਨਿਰਵਿਚਾਰ ਵੱਲ ਨੂੰ ਆਓ।